ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਨ ਹਰ ਬੂੰਦ ਵਸੁਰ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸਕਿਰਨ ਉਦਰ ਸਾਗਰ ਕੋ, ਗੰਗ ਤੁਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੀਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵਲਾਏ। ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰੈ। ਜੋ ਹਰ ਹਿਰਦੈ ਸਦਾ ਵਸਾਏ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵਲਾਏ। ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰੈ। ਜੋ ਹਰ ਹਿਰਦੈ ਸਦਾ ਵਸਾਏ। ਬਿਨ ਸਤਿਗੁਰ ਨਾਉ ਨ ਪਾਈਐ, ਬੁਝੋ ਕਰ ਵਿਚਾਰ। ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮਹਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਨ ਮੁਖ ਭੁਖ ਨਾ ਜਾਏ। ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਮਨ ਮੁਖ ਤ੍ਰਿਸ਼ਨਾ ਭੁਖ, ਮਨ ਮੁਖ ਤ੍ਰਿਸ਼ਨਾ ਭੁਖ ਹੈ। ਮਨ ਮੁਖ ਤ੍ਰਿਸ਼ਨਾ ਭੁਖ ਨਾ ਜਾਏ। ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ। ਪੌੜੀ। ਹੋਂ ਬਲਿਹਾਰੀ ਤਿਨ ਕੋ, ਜੋ ਗੁਰਮੁਖ ਸਿੱਖਾ। ਜੋ ਹਰ ਨਾਮ ਧਿਆਇਂਦੇ, ਤਿਨ ਦਰਸ਼ਨ ਪਿਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕੋ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦ ਸਚ, ਹੈ ਭੀ ਸਚ ਨਾਨਕ ਹੋਸੀ ਭੀ ਸਚ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ, ਜਗਮਗ ਜੋਤ ਵਿਰਾਜੇ ਸ੍ਰੀ ਗੁਰੂ ਗ੍ਰੰਥ ਮਝਾਰ। ਪੂਰਨ ਦੇਖਿਓ ਆਤਮਾ ਦ્વੈਤੈ ਸਰਬ ਨਿਬਾਰ, ਭੈ ਸ਼ਾਂਤ ਮਨ ਸੰਤ ਜਿਹੇ ਤੇ ਪਦ ਨ ਮੋਹ ਮਾਰ। ਬੇਸਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਾਰੀਆਂ ਸੰਗਤਾਂ ਧੰਤਾ ਦੇ ਯੋਗ ਹੋ। ਗੁਰੂ ਨਾਨਕ ਦੇ 11ਵੇਂ ਸਰੂਪ ਵਿੱਚ ਦਰਸ਼ਨ ਦੀਦਾਰ ਕਰ ਰਹੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਜੋ ਅੰਮ੍ਰਿਤ ਵੇਲੇ ਮੁਖ ਬਾਕ ਆਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਇਹ ਪਾਵਨ ਅੰਮ੍ਰਿਤ ਬਚਨ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੈ। ਸੋਠ ਰਾਗ ਦੀ ਬਾਰ ਹੈ, ਪੌੜੀ ਚੌਥੇ ਪਾਤਸ਼ਾਹ ਦੀ ਮਹੱਲੇ ਜਿਹੜੇ ਨਾ ਉਹ ਗੁਰੂ ਅਮਰਦਾਸ ਮਹਾਰਾਜ ਦੇ। ਇਹ ਸ਼ਬਦ ਦੀ ਉਥਾਨ ਇਸ ਪ੍ਰਕਾਰ ਹੈ ਕਿ ਇੱਕ ਬੇਣੀ ਨਾਮ ਦਾ ਪੰਡਤ ਸੀ। ਇਹ ਚੂਹਣੀਆਂ ਗ੍ਰਾਮ ਦੇ ਰਹਿਣ ਵਾਲਾ, ਜ਼ਿਲ੍ਹਾ ਲਾਹੌਰ ਦਾ ਇਹ ਬੜਾ ਪ੍ਰਸਿੱਧ ਨਗਰ ਹੈ। ਚੂਹਣੀਆਂ ਗ੍ਰਾਮ ਜਿਹੜਾ ਹੈ ਉਹ ਰੇਲਵੇ ਸਟੇਸ਼ਨ ਹੈ ਛਾਂਗਾ ਮੰਗਾ ਤੋਂ 8 ਮੀਲ ਦੱਖਣ ਵਾਲੇ ਪਾਸੇ ਹੈ। ਇਹ ਉੱਥੇ ਦੇ ਰਹਿਣ ਵਾਲੇ ਪੰਡਤ ਸੀ। ਇਹਨੇ ਦਿਗਵਿਜੇ ਕੀਤੀ ਹੋਈ ਸੀ। ਦਿਗਵਿਜੇ ਦਾ ਮਤਲਬ ਹੈ ਵੀ ਚਾਰੇ ਦਿਸ਼ਾਵਾਂ ਦੇ ਵਿਦਵਾਨ ਜਿੱਤ ਲਏ ਸੀ। ਐਡਾ ਵੱਡਾ ਵਿਦਵਾਨ ਸੀ ਇਹ। ਫਿਰਦਾ ਫਰਾਉਂਦਾ ਗੁਰੂ ਅਮਰਦਾਸ ਜੀ ਦਾ ਜਸ ਸੁਣਿਆ, ਗੋਇੰਦਵਾਲ ਸਾਹਿਬ ਪਹੁੰਚਿਆ। ਇਹ ਹੰਕਾਰ ਸੀ ਵਿਦਿਆ ਦਾ। ਕ੍ਰਿਸ਼ਨ ਭਗਵਾਨ ਦਾ ਉਪਾਸਕ ਵੀ ਸੀ, ਉਹ ਬੰਦਗੀ ਵਾਲਾ ਵੀ ਸੀ ਇਹ। ਤੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ। ਕਰਮਕਾਂਡੀ ਸੀ ਬਹੁਤ ਵੱਡਾ। ਸਿੱਖਾਂ ਨੂੰ ਕਿਹਾ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ। ਉਹ ਕਹਿੰਦੇ ਵੀ ਆਹ ਦੇਖੋ ਲਿਖ ਕੇ ਲਾਇਆ ਹੋਇਆ ਮਹਾਰਾਜ ਨੇ। ਉਹਦੇ ਤੇ ਅੱਖਰ ਪੜ੍ਹੇ, ਉਹ ਲਿਖਿਆ ਹੋਇਆ ਸੀ ਪਹਿਲੇ ਪੰਗਤ ਪਾਛੇ ਸੰਗਤ। ਵੀ ਜਿਹਨੇ ਦਰਸ਼ਨ ਕਰਨੇ ਉਹ ਪਹਿਲਾਂ ਲੰਗਰ 'ਚ ਪ੍ਰਸ਼ਾਦ ਛਕੇ। ਉਹ ਕਹਿੰਦਾ ਮੈਂ ਦਰਸ਼ਨੇ ਕਰਨੇ ਨੇ ਪ੍ਰਸ਼ਾਦ ਦੀ। ਕਹਿੰਦੇ ਨਹੀਂ ਜੀ ਇਹ ਪਾਬੰਦੀ। ਜਦੋਂ ਜਾ ਕੇ ਲੰਗਰ 'ਚ ਦੇਖਿਆ ਉੱਥੇ ਸਾਰੀਆਂ ਜਾਤਾਂ ਦੇ ਲੋਕ ਬੈਠੇ। ਉਹਨੇ ਕਿਹਾ ਜੀ ਇਹ ਤਾਂ ਸਾਰਾ ਕੁਛ ਹੀ ਰਲ ਗੱਡਾ ਇੱਥੇ, ਵੀ ਮੈਂ ਇਹਨਾਂ ਦੇ ਵਿੱਚ ਸ਼ੂਦਰਾਂ 'ਚ ਬਹਿ ਕੇ ਥੋੜ੍ਹੀ ਭੋਜਨ ਛਕੂੰ। ਉਹਨੇ ਕਿਹਾ ਵੀ ਮੈਂ ਤਾਂ ਪ੍ਰਸ਼ਾਦਾ ਨਹੀਂ ਇਸ ਤਰ੍ਹਾਂ ਛਕਣਾ, ਵੀ ਤੁਹਾਡੇ ਤਾਂ ਸਾਰੇ ਚੂੜੇ ਚਮਿਆਰ ਇਕੱਠੇ ਕੀਤੇ ਹੋਏ ਨੇ। ਮੈਂ ਕਰਮਕਾਂਡੀ ਬ੍ਰਾਹਮਣ ਹਾਂ, ਸਾਡੀ ਤਾਂ ਬਣਾਉਣ ਦੀ ਪੰਗਤ ਵੱਖਰੀ ਹੁੰਦੀ ਹੈ। ਉਹ ਸਿੱਖ ਬੜੇ ਸਿਆਣੇ ਸੀ, ਕਹਿੰਦੇ ਜੀ ਇਸ ਤਰ੍ਹਾਂ ਕਰੋ ਤੁਸੀਂ ਕੱਚਾ ਜਿਹੜਾ ਪਦਾਰਥ ਉਹ ਲੈ ਲਓ, ਤੇ ਕੱਚਾ ਭੋਜਨ ਆ ਚੌਲ ਲੈ ਲਓ ਤੇ ਬਣਾ ਲਓ ਤੁਸੀਂ ਆਪਣਾ ਭੋਜਨ। ਉਹ ਕਹਿੰਦੇ ਠੀਕ ਹੈ। ਉਹਨੇ ਜਾ ਕੇ ਪਹਿਲਾਂ ਤਾਂ ਲੱਕੜਾਂ ਧੋਤੀਆਂ ਤੇ ਲੱਕੜਾਂ ਧੋ ਕੇ ਰੱਖਤੀਆਂ ਸੋਕੀਆਂ। ਫਿਰ ਚੁੱਲ੍ਹਾ ਪੱਟਣ ਲੱਗਿਆ, ਹੱਡੀਆਂ ਨਿਕਲ ਆਈਆਂ। ਫਿਰ ਦੁਬਾਰੇ ਬਿਆਸਾ 'ਚ ਵੜ ਗਿਆ, ਫਿਰ ਨਹਾਉਂਦਾ ਰਿਹਾ। ਉਹ ਇਸ ਤਰ੍ਹਾਂ ਉਹਨੇ ਜਦੋਂ ਵੀ ਉਹ ਪੱਟੇ, ਕਹਿੰਦੇ ਹੋ ਕੀ ਗਿਆ ਇਹ ਹੱਡਾ ਰੋੜੀਓ ਬਣਿਆ ਪਿਆ ਗੋਇੰਦਵਾਲ। ਉਹਨੂੰ ਉਹੀ ਪ੍ਰਤੀਤ। ਅਖੀਰ ਨੂੰ ਉਹ 2-3 ਪਹਿਰਾਂ ਭੁੱਖਾ ਹੀ ਕਹਿੰਦਾ ਚਲੋ ਛੱਡੋ ਪਰੇ, ਦਰਸ਼ਨਾਂ ਦੀ ਵੀ ਕੀ ਐਡੀ ਗੱਲ ਹੈ। ਉਹ ਬਿਨਾਂ ਹੀ ਦਰਸ਼ਨਾਂ ਤੋਂ ਤੁਰ ਪਿਆ। ਕਹਿੰਦਾ ਦਵਾਰਕਾ ਚੱਲਦੇ ਆ, ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਾਂਗੇ। ਜਦੋਂ ਦਵਾਰਕਾ ਦੇ ਨੇੜੇ ਚਲਿਆ ਗਿਆ, ਜੰਗਲ ਸੀ ਬਹੁਤ ਗੂੜਾ। ਉਹਦੇ ਵਿੱਚ ਕੋਈ ਗਵਾਲਿਆਂ ਦਾ ਕੋਠਾ ਸੀ। ਰਾਤ ਪੈ ਗਈ, ਉਧਰ ਮੀਂਹ ਪੈਣ ਲੱਗ ਗਿਆ, ਇਹ ਕੋਠੇ ਜਾ ਵੜਿਆ। ਉਹ ਖੁੰਝੇ ਇੱਕ ਪਾਸੇ ਖੜਾ ਰਿਹਾ, ਹਰੇ ਕ੍ਰਿਸ਼ਨ ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ ਇਹ ਜਾਪ ਕਰਦਾ ਰਿਹਾ। ਭਗਵਾਨ ਨੂੰ ਤਰਸ ਆ ਗਿਆ। ਉਹਨੇ ਕਿਹਾ ਵੀ ਉਦੋਂ ਜਨਮ ਅਸ਼ਟਮੀ ਸੀ, ਕ੍ਰਿਸ਼ਨਾ ਜਨਮ ਅਸ਼ਟਮੀ, ਇਹਦਾ ਵਰਤ ਰੱਖਿਆ ਹੋਇਆ ਸੀ। ਉਹਨੇ ਕਿਹਾ ਵੀ ਵਰਤ ਖੋਲਣ ਦਾ ਟਾਈਮ ਹੋ ਗਿਆ ਹੈ, ਇੱਥੇ ਕੁਛ ਨਹੀਂ, ਹੁਣ ਖਾਣ ਨੂੰ ਕੁਝ ਮਿਲ ਜਾਂਦਾ ਮੈਂ ਵਰਤ ਖੋਲ ਲੈਂਦਾ। ਭਗਵਾਨ ਜੀ ਨੇ ਇਹ ਜਿਹੀ ਲੀਲਾ ਕੀਤੀ। ਉਹ ਕੱਚੇ ਚੌਲ ਜਿਹੜੇ ਗੋਇੰਦਵਾਲ ਸਾਹਿਬ ਉੱਥੇ ਬਣੇ ਹੋਏ ਸੀ ਉਸ ਵੇਲੇ, ਉਹ ਇਹਦੇ ਮੂਹਰੇ ਨੇਤਰ ਖੋਲੇ। ਕਹਿੰਦਾ ਵੀ ਇਹ ਤਾਂ ਚੌਲ ਉਹੀ ਜਿਹੜੇ ਗੋਇੰਦਵਾਲ ਸਾਹਿਬ ਮੈਂ ਛੱਡ ਕੇ ਆਇਆ, ਇਹ ਇੱਥੇ ਕਿਵੇਂ ਆ ਗਏ। ਦੁਬਾਰੇ ਕਹਿਣ ਲੱਗੇ ਹੈ ਭਗਵਾਨ ਮੈਂ ਇਹ ਤਾਂ ਨਹੀਂ ਕੱਚਾ ਭੋਜਨ ਹੈ, ਪੱਕਾ ਭੋਜਨ ਮਿਲੇ ਫਿਰ ਮੈਂ ਵਰਤ ਖੋਲ ਸਕਦਾ। ਭਗਵਾਨ ਜੀ ਨੇ ਪੱਕਾ ਭੋਜਨ ਦੇਖਿਆ, ਉਹਦੇ 'ਚ ਪੱਕਾ ਭੋਜਨ ਲੱਡੂ ਜਲੇਬੀ ਬਰਫੀ ਆਦਿ ਪਈ ਹੈ। ਫਿਰ ਇਹ ਵਿਰਾਗ ਚਾ ਕੇ ਰੋਣ ਲੱਗ ਗਿਆ। ਕਹਿੰਦਾ ਭਗਵਾਨ ਤੂੰ ਮੇਰਾ ਇੰਨਾ ਖਿਆਲ ਰੱਖ ਰਹੇ ਹੈ, ਕੱਚਾ ਭੋਜਨ ਦਿੱਤਾ, ਪੱਕਾ ਭੋਜਨ ਦਿੱਤਾ, ਮਿਲਦਾ ਕਿਉਂ ਨਹੀਂ? ਮੈਨੂੰ ਦਰਸ਼ਨ ਦੇ, ਮੈਂ ਫੇਰ ਛਕੂੰ ਭੋਜਨ। ਆਕਾਸ਼ਬਾਣੀ ਹੋਈ, ਕਹਿੰਦੇ ਦਰਸ਼ਨ ਨਹੀਂ ਹੋ ਸਕਦੇ। ਦਵਾਰਕਾ ਚਲਿਆ ਜਾ, ਹਰਿਦੁਆਰ ਚਲੇਗਾ, ਦਰਸ਼ਨ ਨਹੀਂ ਤੈਨੂੰ ਹੋਣੇ। ਕਿਹਾ ਜੀ ਕੀ ਕਸੂਰ ਹੈ? ਕਹਿੰਦੇ ਜਿੱਥੇ ਦਰਸ਼ਨ ਹੋਣੇ ਸੀ ਉੱਥੋਂ ਬੇਮੁਖ ਹੋ ਕੇ ਆਏ।
ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੋਨੀ ਭਰਮ ਹੈ, ਫਿਰ ਬਿਨਾਂ ਸਤਿਗੁਰ ਤੋਂ ਮੁਕਤੀ ਨਹੀਂ ਮਿਲਦੀ। ਫਿਰ ਇਹ ਵਾਪਸ ਮੁੜਿਆ, ਦਵਾਰਕਾ ਨਹੀਂ ਗਿਆ। ਗੋਇੰਦਵਾਲ ਸਾਹਿਬ ਆਇਆ ਤੇ ਆ ਕੇ ਫਿਰ ਇਹਨੇ ਪਹਿਲਾਂ ਬਿਆਸਾ 'ਚ ਇਸ਼ਨਾਨ ਕੀਤਾ, ਫਿਰ ਇਹ ਪੰਗਤ 'ਚ ਬਹਿ ਗਿਆ। ਉਹ ਛੱਡਤਾ ਫਿਰ ਇਹਨੇ ਜਿਹੜਾ ਬ੍ਰਾਹਮਣ ਪਣੇ ਦਾ ਖਿਆਲ ਸੀ। ਕਹਿੰਦੇ ਜੀ ਹੁਣ ਦਰਸ਼ਨ। ਫਿਰ ਇਹਨੇ ਕਸਵੱਟੀ ਰੱਖੀ ਵੀ ਮੈਂ ਭਗਵਾਨ ਕ੍ਰਿਸ਼ਨ ਦਾ ਉਪਾਸਕ, ਵੀ ਮੈਨੂੰ ਚਤੁਰਭੁਜੀ ਰੂਪ ਦੇ ਅੰਦਰ ਦਰਸ਼ਨ ਹੋਣ, ਫਿਰ ਮੇਰੀ ਤਸੱਲੀ ਹੋ ਜੂ ਵੀ ਉਹੀ ਸਰੂਪ ਹੈ। ਮਹਾਰਾਜ ਸਿੰਘਾਸਨ ਤੇ ਬੈਠੇ ਸਾਰਿਆਂ ਸਿੱਖਾਂ ਨੂੰ ਗੁਰੂ ਅਮਰਦਾਸ ਜੀ ਦਿਸਦੇ ਹੈ। ਇਹ ਜਦੋਂ ਵੇਣੀ ਪੰਡਤ ਗਿਆ ਤੇ ਇਹਨੂੰ ਚਤੁਰਭੁਜੀ ਰੂਪ ਦੇ ਅੰਦਰ ਦਰਸ਼ਨ ਹੋਏ। ਫਿਰ ਦਰਸ਼ਨ ਕਰਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਹਲਚਲ ਹੋਈ, ਸੰਗਤ ਕਹਿੰਦੀ ਮਹਾਰਾਜ ਬ੍ਰਾਹਮਣ ਆਇਆ ਸੀ, ਦਰਸ਼ਨ ਕਰਨ ਬੇਹੋਸ਼ ਹੋ ਗਿਆ। ਮਹਾਰਾਜ ਸਾਹਿਬ ਉੱਠੇ, ਆਪਣੇ ਸੱਜੇ ਪੈਰ ਦਾ ਅੰਗੂਠਾ ਉਹਦੇ ਮੱਥੇ ਨੂੰ ਲਾ ਦਿੱਤਾ, ਇਹਦੀ ਹੋਸ਼ ਪਰਤੀ। ਫਿਰ ਇਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਨੂੰ ਖਿਮਾ ਕਰ ਦਿਓ ਵੀ ਮੈਂ ਥੋੜ੍ਹੀ ਜਿਹੀ ਗਲਤੀ ਕਰਕੇ ਐਡੀ ਦੂਰ ਦਾ ਰਸਤਾ ਗਿਆ, ਮੁੜ ਕੇ ਆਇਆ, ਮੈਨੂੰ ਆਕਾਸ਼ ਬਾਣੀ ਹੋਈ, ਮੈਂ ਮਹਾਰਾਜ ਤੁਹਾਡੇ ਦਰਸ਼ਨ ਕਰਿਆ, ਹੁਣ ਮੈਨੂੰ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾ ਲਓ। ਮਹਾਰਾਜ ਕਹਿੰਦੇ ਹੁਣ ਤੇਰਾ ਭਾਂਡਾ ਵੀ ਠੀਕ ਹੈ, ਬਸ ਤੂੰ ਪੈ ਜਾਊਗੀ ਇਹਦੇ ਵਿੱਚ। ਤੇ ਕਹਿੰਦੇ ਤੂੰ ਐਸਾ ਕਿਉਂ ਕਰਿਆ? ਕਹਿਣ ਲੱਗਿਆ ਮਹਾਰਾਜ ਮੇਰੇ ਅੰਦਰ ਬ੍ਰਾਹਮਣ ਪਣੇ ਦਾ ਹੰਕਾਰ ਸੀ ਵੀ ਮੈਂ ਬ੍ਰਾਹਮਣ ਹਾਂ, ਇਹ ਸ਼ੂਦਰ ਲੋਕ, ਮੈਂ ਇਹਨਾਂ 'ਚ ਭੋਜਨ ਨਹੀਂ ਛਕਣਾ। ਮਹਾਰਾਜ ਨੇ ਫਿਰ ਉਸ ਨੂੰ ਬ੍ਰਾਹਮਣ ਪਣੇ ਦਾ ਹੀ ਉਪਦੇਸ਼ ਦੇਣ ਵਾਸਤੇ ਸ਼ਬਦ ਉਚਾਰਨ ਕੀਤਾ, ਜਿਹੜਾ ਅੱਜ ਮੁੱਖ ਵਾਕ ਰੂਪ ਦੇ ਅੰਦਰ ਆਇਆ। ਇਸੇ ਕੁਲ ਦੇ ਵਿੱਚ ਅੱਗੇ ਚੱਲ ਕੇ ਪੰਡਤ ਹਰਦਿਆਲ ਜੀ ਹੋਏ, ਜਿਨ੍ਹਾਂ ਨੇ ਸਾਰ ਉਕਤਾਵਲੀ ਗ੍ਰੰਥ ਬਣਾਇਆ, ਜਿਹੜਾ ਸਾਰੀਆਂ ਸੰਪਰਦਾਵਾਂ 'ਚ ਪੜ੍ਹਿਆ ਜਾਂਦਾ ਹੈ। ਇਹ ਖਾਨਦਾਨ ਫਿਰ ਗੁਰੂ ਸਾਹਿਬ ਦੇ ਨਾਲ ਜੁੜਿਆ ਹੀ ਰਿਹਾ। ਉਹ ਬੇਣੀ ਪੰਡਤ ਦੇ ਪ੍ਰਥਾਏ ਸ਼ਬਦ ਹੈ, ਇਹਦੀ ਉਥਾਨਕਾ ਸੀ। ਮਹਾਰਾਜ ਕਹਿੰਦੇ ਨੇ ਸੁਣਨਾ ਕਰੋ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਦਾ ਇਹ ਅੰਮ੍ਰਿਤ ਬਚਨ ਹੈ, ਸ਼ਲੋਕ ਹੈ ਜੀ। ਬ੍ਰਹਮ ਬਿੰਦੈ ਤਿਸਰਾ ਬ੍ਰਹਮਤ ਰਹੈ। ਮਹਾਰਾਜ ਸਾਹਿਬ ਕਹਿੰਦੇ ਭਾਈ ਜਿਹੜਾ ਬ੍ਰਾਹਮਣ ਪਣਾ ਨਾ, ਕਹਿੰਦੇ ਬ੍ਰਹਮ ਬਿੰਦੇ, ਬਿੰਦੇ ਨਾਮ ਜਾਣਨ ਦਾ ਹੁੰਦਾ ਹੈ। ਸਾਰੀ ਪੰਕਤੀ ਪੜ੍ਹ ਦੋ ਜੀ, ਅਰਥ ਵਧੀਆ ਬਣੂਗਾ। ਏਕ ਸ਼ਬਦ ਲਿਵ ਲਾਏ। ਇੱਕ ਜਿਹੜਾ ਗੁਰੂ ਦੇ ਏਕਤਾ ਵਾਲਾ ਸ਼ਬਦ ਹੈ, ਅਖੰਡ ਬ੍ਰਹਮ ਨੂੰ ਜਣਾਉਣ ਵਾਲਾ, ਉਹ ਇੱਕ ਦਾ ਸ਼ਬਦ ਜਿਹੜੀ ਹੈ ਉਪਦੇਸ਼ ਗੁਰੂ ਦਾ, ਉਹਦੇ 'ਚ ਕਿਸੇ ਦੀ ਲਿਵ ਬਿਰਤੀ ਲੱਗ ਜਾਏ ਨਾ, ਇਕਾਗਰਤਾ ਰੂਪ ਬਿਰਤੀ, ਉਹ ਫਿਰ ਬ੍ਰਹਮ ਬਿੰਦੇ, ਉਹ ਬ੍ਰਹਮ ਨੂੰ ਬਿੰਦੇ ਕੀ ਜਾਣ ਲੈਂਦਾ ਹੈ ਕਿ ਬ੍ਰਹਮ ਕੀ ਹੈ। ਤੇ ਤਿਸ ਦਾ ਬ੍ਰਹਮਤਰ ਹੈ, ਉਹਦਾ ਬ੍ਰਾਹਮਣਪਣਾ ਰਹਿ ਸਕਦਾ ਹੈ। ਵੀ ਇਹ ਜਾਤੀ ਕਰਕੇ ਜੇ ਤੂੰ ਕਹੇ ਵੀ ਜਿਹੜਾ ਬਾਹਮਣ ਦੇ ਜੰਮਿਆ ਉਹ ਬਾਹਮਣ ਹੁੰਦਾ, ਇਹ ਤਾਂ ਨਹੀਂ ਹੁੰਦਾ। ਜਿਹੜਾ ਬ੍ਰਹਮ ਨੂੰ ਜਾਣੇ ਹੁੰਦਾ। ਇੱਕ ਸੰਸਕ੍ਰਿਤ ਦੀ ਸੁਰਤੀ ਹੈ, ਉਹਦੇ ਲਿਖਿਆ ਕਹਿੰਦੇ ਜਨਮ ਜਾਏ ਤੇ ਸੂਦਰਾ ਸੰਸਕਾਰੇ ਦਿਜੋਤਮਾ। ਕਹਿੰਦੇ ਜਨਮ ਤੋਂ ਸਾਰੀ ਦੁਨੀਆ ਸ਼ੂਦਰ ਹੈ, ਅਪਵਿੱਤਰ ਹੈ। ਕਹਿੰਦੇ ਤੁਹਾਡੇ ਗ੍ਰੰਥਾਂ 'ਚ ਲਿਖਿਆ ਹੈ ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਿਜੋਤਮਾ। ਸੰਸਕਾਰ ਦੇ ਕੇ ਤੁਸੀਂ ਜਨੇਊ ਪਾਉਂਦੇ ਵੀ ਹੁਣ ਇਹ ਹਿੰਦੂ ਕੇ ਕਰ ਹਿੰਦੂ ਆਵੇ, ਸੂਤ ਜਨੇਊ ਪੜ੍ਹ ਗੱਲ ਪਾਵੇ, ਤਾਂ ਇਸ ਤਰ੍ਹਾਂ ਤੁਸੀਂ ਐਂ ਬਣਾਉਣੇ। ਤੇ ਤੁਹਾਡੀ ਇਹ ਗ੍ਰੰਥਾਂ 'ਚ ਲਿਖਿਆ ਹੈ ਵੀ ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਿਜੋਤਮਾ ਵੇਦ ਪਾਠੀ ਭਵੰਤ ਵਿਪਰਾ। ਜੇ ਵੇਦ ਪੜ੍ਹਨ ਲੱਗ ਜਾਵੇ ਫਿਰ ਉਹਨੂੰ ਵਿਪਰ ਕਹਿੰਦੇ। ਬ੍ਰਹਮ ਜਯੰਤੀ ਬ੍ਰਾਹਮਣਾ, ਜਿਹੜਾ ਬ੍ਰਹਮ ਨੂੰ ਜਾਣ ਲਗੇ ਉਹ ਬ੍ਰਾਹਮਣ ਹੈ, ਭਾਵੇਂ ਉਹ ਸ਼ੂਦਰਾਂ ਦੇ ਕਿਉਂ ਨਹੀਂ ਜੰਮਿਆ। ਇੱਕ ਸ਼ੂਦਰ ਵੀ ਬ੍ਰਾਹਮਣ ਹੋ ਸਕਦਾ, ਇੱਕ ਬ੍ਰਾਹਮਣ ਵੀ ਸ਼ੂਦਰ ਹੋ ਸਕਦਾ। ਇਹ ਸਿੱਧ ਕਰ ਦਿੱਤੀ ਗੁਰੂ ਘਰ ਵਿੱਚ ਗੱਲ। ਸੋ ਇਸ ਕਰਕੇ ਨਹੀਂ ਤਾਂ ਜੇ ਜਨਮ ਤੋਂ ਹੀ ਕੋਈ ਬ੍ਰਾਹਮਣ ਹੋ ਸਕਦਾ ਹੈ, ਫਿਰ ਰਾਵਣ ਵੀ ਬ੍ਰਾਹਮਣ ਸੀ, ਇਹਦਾ ਪਿਤਾ ਤਾਂ ਬ੍ਰਾਹਮਣ ਸੀ, ਉਹਦੇ ਘਰ ਜੰਮਿਆ, ਪਰ ਉਹਨੂੰ ਰਾਖਸ਼ ਕਿਹਾ ਜਾਂਦਾ। ਭੀਸ਼ਣ ਇਸੇ ਦਾ ਸਕਾ ਭਰਾ ਹੈ ਤੇ ਉਹਨੂੰ ਭਗਤ ਕਿਹਾ ਜਾਂਦਾ। ਫਿਰ ਵਸ਼ਿਸ਼ਟ ਦੀ ਲਓ, ਬਿਆਸ ਦੀ ਲਓ, ਇਹ ਜਿੰਨੇ ਵੀ ਰਿਸ਼ੀ ਹੈ ਇਹ ਕਿੱਥੋਂ ਕਿੱਥੋਂ ਜਨਮ ਹੋਏ ਨੇ, ਪੁਰਾਣ ਪੜ੍ਹ ਕੇ ਦੇਖੋ। ਸ਼ੂਦਰਾਂ ਤੋਂ ਵੀ ਨਖਿੱਧ ਥਾਂ ਤੇ ਜਨਮ ਹੋ ਕੇ ਇੱਕ ਆਦਰਣੀय ਪੁਰਸ਼ ਦਾ ਬੇਸਵਾ ਦੇ ਪੇਠੋਂ ਜਨਮ ਹੋਇਆ, ਲੇਕਿਨ ਬ੍ਰਾਹਮਣ ਕਹਾਇਆ ਉਹ ਐਸਾ ਨਹੀਂ ਹੈ। ਜਿਹੜਾ ਬ੍ਰਾਹਮਣ ਨੂੰ ਜਾਣ ਲਵੇ ਉਹ ਬ੍ਰਾਹਮਣ ਹੁੰਦਾ ਹੈ। ਕਹੋ ਕਬੀਰ
ਇਹ ਕਹੀ ਹੈ ਕਾਹੇ ਸਾਧ ਸੰਗਤ ਬੈਕੁੰਠਾ ਹੈ। ਬੈਕੁੰਠ ਹੈ ਇੱਥੇ ਪਤਾ ਲੱਗਦਾ ਨਾ ਗੱਲ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਹਮਣ ਕਹੀਅਤ ਹੈ ਹਮਾਰੇ। ਤੇ ਇਸ ਕਰਕੇ ਬ੍ਰਹਮ ਬਿੰਦੇ ਉਹਦਾ ਬ੍ਰਹਮਤਰ ਹੈ, ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਉਹ ਬ੍ਰਾਹਮਣ ਹੈ। ਇਸ ਕਰਕੇ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਨੀ। ਮੈਂ ਆਪਣੇ ਸਿੱਖਾਂ ਦੇ ਵਿੱਚ ਇਹ ਸਿੱਖ ਤਾਂ ਇਦੋਂ ਵੱਡਾ ਬ੍ਰਾਹਮਣ ਕਿਹੜਾ, ਬ੍ਰਹਮ ਨੂੰ ਜਾਣਨ ਵਾਲੇ ਨੇ। ਇਹ ਬ੍ਰਾਹਮਣਾਂ ਦੀ ਪੰਗਤ ਸੀ, ਤੈਨੂੰ ਸ਼ੂਦਰ ਦੇ ਸੇ, ਕਿਉਂਕਿ ਤੇਰੇ ਅੰਦਰ ਸ਼ੂਦਰਪਣਾ ਸੀ। ਮਹਾਰਾਜ ਤੁਸੀਂ ਉਹ ਕਸਰ ਕੱਢ ਦਿੱਤੀ। ਇਉਂ ਫਿਰ ਮਹਾਰਾਜ ਸਾਹਿਬ ਜੀ ਉਪਦੇਸ਼ ਹੋਰ ਦਿੰਦੇ ਨੇ ਕਿ ਨਵ ਨਿਧੀ 18 ਸਿੱਧੀ ਪਿੱਛੇ ਲੱਗਿਆ ਫਿਰੈ। ਮਹਾਰਾਜ ਕਹਿੰਦੇ 9 ਨਿਧੀਆਂ ਜਿਹੜੀਆਂ ਅਸਨ ਬਸਨ ਭੂ ਕਨਕ ਪੁਨ ਦਾਸੀ ਚੌਂਕ ਕਲਾਮ ਰਸਬਾਹੇ ਹੰਡਵਾਹੇ ਜਾਣੀਆਂ ਜੈ ਨਵ ਨਿਧ ਕੇ ਨਾਂ। ਤੇ ਇਹ 9 ਨਿਧਾਂ ਨੇ ਪਦਮਾ ਮਹਾਪਦਮ ਮਕਰ ਕਸ਼ਪ ਮਕੰਦ ਕੁੰਦ ਨੀਲ ਸੰਖ ਖਰਬ। ਇਹ ਸੰਸਕ੍ਰਿਤ ਦੇ ਗ੍ਰੰਥਾਂ 'ਚ ਇਹ ਨਿਧੀਆਂ ਇਹ ਵੀ ਲਿਖੀਆਂ। ਇਹ ਜਿਹੜੀਆਂ 9 ਨਿਧਾਂ ਇਹ 9 ਪ੍ਰਕਾਰ ਦੀ ਧਨ ਰਾਸ਼ੀ ਉਹ ਸਮਝੋ ਤੁਸੀਂ, ਇਹ ਪਿੱਛੇ ਲੱਗੀਆਂ ਫਿਰਦੀਆਂ। ਨਵ ਨਿਧੀ ਜਿਹੜੀ ਹੈ 18 ਸਿੱਧੀਆਂ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ। ਇਹ 8 ਮੁਖਨ ਤੇ 10 ਗੌਣ, 10 ਤੇ 8 18 ਸਭ ਨਿਧਾਨ 10 ਅਸ ਸਿਧਾਨ। ਠਾਕੁਰ ਕਾਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਭਰਿਆ। ਇਹ ਤਾਂ ਹੱਥਾਂ ਤੇ ਰੱਖੀਆਂ ਹੋਈਆਂ ਠਾਕਰ ਦੇ ਮੇਰੇ ਭਗਤਾਂ ਨੂੰ ਦੇਣ ਲੱਗਿਆ ਦੇਰ ਨਾ ਲੱਗੇ। ਇਹ ਨਾਮ ਦੇ ਰਿੱਧ ਸਿੱਧ ਨਾਵੇਂ ਕੀ ਦੱਸੀ, ਇਹ ਪਿੱਛੇ ਲੱਗੀਆਂ ਫਿਰਦੀਆਂ ਉਹਨਾਂ ਦੇ, ਪਰ ਉਹ ਵਰਤਦੇ ਨਹੀਂ ਹੈ। ਉਹ ਕਹਿੰਦੇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਬਸੈ ਮਨ ਆਏ। ਇਹਨੂੰ ਲਤੜ ਕੇ ਲੰਘ ਜਾਂਦੇ ਆ ਲੋਕ, ਮਦਾਰੀ ਬਣ ਕੇ ਤਮਾਸ਼ੇ ਦਿਖਾਉਂਦੇ ਫਿਰਦੇ ਆ, ਕਰਾਮਾਤਾਂ ਵਿਖਾ ਕੇ ਆਪਣੇ ਚੇਲੇ ਚੇਲੀਆਂ ਬਣਾ ਕੇ ਨਰਕਾਂ ਨੂੰ ਤੁਰ ਜਾਂਦੇ ਆ। ਇਸ ਕਰਕੇ ਗੁਰੂ ਨਾਨਕ ਦਾ ਸਿੱਖ ਇਹਨਾਂ ਨੂੰ ਲਤੜ ਕੇ ਅੱਗੇ ਲੱਗ ਜਾਂਦਾ ਹੈ। ਇਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ, ਇਹਨਾਂ 'ਚ ਪਰਚਦਾ ਨਹੀਂ। ਉਹ ਕਹਿੰਦੇ ਰਸਤੇ ਦੀਆਂ ਰੁਕਾਵਟਾਂ ਨੇ ਤਾਂ ਇਸ ਕਰਕੇ ਨਾ ਮਹਾਰਾਜ ਸਾਹਿਬ ਕਹਿੰਦੇ ਪਿੱਛੇ ਲੱਗੀਆਂ ਫਿਰਦੀਆਂ ਉਹਨਾਂ ਦੇ। ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਹਿਰਦੇ ਅੰਤਸ਼ਕਰਨ ਦੇ ਵਿੱਚ ਸਦਾ ਹਮੇਸ਼ਾ ਹੀ ਵਸਾ ਕੇ ਰੱਖਦਾ ਹੈ, ਜਾਣੀ ਨਾਮ ਤੋਂ ਕਦੇ ਟੁੱਟਦਾ ਨਹੀਂ, ਹਰ ਵੇਲੇ ਨਾਮ ਦਾ ਚਿੰਤਨ ਕਰਦਾ ਹੈ। ਬਿਨ ਸਤਿਗੁਰ ਨਾਉ ਨਾ ਪਾਈਐ। ਜਿਹੜੇ ਨਾਮ ਦੇ ਪ੍ਰਤਾਪ ਕਰਕੇ 18 ਸਿੱਧੀਆਂ 9 ਨਿਧੀਆਂ ਮਗਰ ਲੱਗੀਆਂ ਫਿਰਦੀਆਂ, ਉਹ ਨਾਮ ਸਤਿਗੁਰਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ। ਬਿਨ ਸਤਿਗੁਰ ਨਾਉ ਨਾ ਪਾਈਐ, ਨਹੀਂ ਪ੍ਰਾਪਤ ਹੁੰਦਾ ਪਰਮੇਸ਼ਰ ਦਾ ਨਾਮ। ਬੁੱਝੋ ਕਰ ਵਿਚਾਰ। ਇਹ ਵਿਚਾਰ ਨੂੰ ਵਿਵੇਕ ਬੁੱਧੀ ਨਾਲ ਚੰਗੀ ਤਰ੍ਹਾਂ ਘੋਖ ਕੇ ਦੇਖ ਲਓ, ਸਮਝ ਲਓ ਇਸ ਗੱਲ ਨੂੰ। ਮਹਾਰਾਜ ਕਹਿੰਦੇ ਨਾਨਕ ਪੂਰਾ ਭਾਗ ਸਤਿਗੁਰ ਮਿਲੈ। ਤੇ 18 ਸਿੱਧੀਆਂ 9 ਨਿਧੀਆਂ ਨਾਮ ਦੇ ਅਧੀਨ, ਨਾਮ ਸਤਿਗੁਰਾਂ ਦੇ ਅਧੀਨ। ਸਤਿਗੁਰੂ ਦਾ ਮਿਲਣਾ ਪਾਈ ਪੂਰੇ ਭਾਗਾਂ ਤੇ ਐਂ ਲੜੀ ਬਣਦੀ ਹੈ ਇਹਨਾਂ ਅਰਥਾਂ ਦੀ। ਜਿਨ੍ਹਾਂ ਦੇ ਪੂਰੇ ਨਿਸ਼ਕਾਮ ਕਰਮ ਕੋਈ ਕੀਤੇ ਹੋਏ ਨੇ ਪਿਛਲੇ ਜਨਮ ਦੇ, ਉਹਨਾਂ ਦੇ ਪੂਰੇ ਭਾਗ ਮਿਲੇ ਆ, ਉਹਨਾਂ ਨੂੰ ਸਤਿਗੁਰੂ ਮਿਲਦੇ ਹਨ। ਸੁਖ ਪਾਏ ਜੁਗ ਚਾਰ। ਉਹ ਚਾਰੇ ਯੁੱਗਾਂ ਦੇ ਵਿੱਚ ਉਹਦੇ ਭਾਵੇਂ ਸਤਯੁਗ ਹੋਵੇ, ਤ੍ਰੇਤਾ ਦੁਆਪਰ ਕਲਯੁਗ ਹੋਵੇ, ਚਾਰੇ ਯੁੱਗਾਂ ਦੇ ਸੁਖ ਪਾਉਣਗੇ। ਭਾਵ ਕੀ ਹੈ, ਚਾਰੇ ਯੁੱਗਾਂ ਵਾਲੇ ਸੰਸਾਰ ਦੇ ਸੁਖ ਪਾਉਣਗੇ ਤੇ ਸੁਖ ਪਾਏ। ਚਾਰ ਜਿਹੜੇ ਸਾਧਨ ਬੈਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ ਯੁੱਗ, ਇਹਨਾਂ ਦੇ ਨਾਲ ਜੁੜ ਕੇ ਫਿਰ ਬ੍ਰਹਮ ਗਿਆਨ ਪਾਏ ਤਾਂ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਮਹੱਲਾ ਤੀਜਾ। ਤੇ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਅੱਗੇ ਮਹੱਲੇ ਵਿੱਚ, ਕਿਆ ਗੱਭਰੂ ਕਿਆ ਬਿਰਧ ਹੈ। ਤੇ ਭਾਵੇਂ ਕੋਈ ਗੱਭਰੂ ਜਵਾਨ ਹੋਵੇ, ਭਾਵੇਂ ਕੋਈ ਬਿਰਧ ਹੋ ਜਾਵੇ, ਬੁੱਢਾ ਹੋਵੇ, ਬਚਪਨ ਨੂੰ ਛੱਡਦਾ ਇੱਥੇ, ਕਿਉਂਕਿ ਪ੍ਰਕਰਨ ਦੇ ਅਨੁਸਾਰ ਬਚਪਨ ਇੱਥੇ ਲੱਗਣਾ ਨਹੀਂ ਸੀ। ਇਸ ਕਰਕੇ ਵੀ ਭਾਵੇਂ ਗੱਭਰੂ ਜਵਾਨ ਹੈ, ਭਾਵੇਂ ਬਿਰਧ ਹੈ, ਤੇ ਕਿਸੇ ਅਵਸਥਾ 'ਚ ਪਰ ਹੋਵੇ ਮਨਮੁਖ, ਉਹਨੂੰ ਦੱਸਦੇ ਹਨ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਨਮੁਖ ਭਾਵੇਂ ਜਵਾਨ ਹੋਵੇ, ਮਨਮੁਖ ਹੋ ਜਾਵੇ ਬੁੱਢਾ, ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ। ਤ੍ਰਿਸ਼ਨਾ ਇੱਕ ਅੱਗੇ ਲੱਗੀ ਹੋ ਰਹਿੰਦੀ ਆ ਹਰ ਵੇਲੇ, ਤੇ ਇਸ ਕਰਕੇ ਕਿਉਂਕਿ ਭੁੱਖ ਹੈ ਜਿਹੜੀ ਅੰਦਰ ਜਠਰ ਅਗਨੀ ਉਹਦੇ ਕਰਕੇ ਲੱਗਦੀ ਹੈ। ਤ੍ਰਿਸ਼ਨਾ ਦੀ ਵੀ ਇਸੇ ਤਰ੍ਹਾਂ ਦੀ ਭੁੱਖ ਹੈ। ਕੋਟ ਜੋਰੇ ਲੱਖ ਕਰੋੜੇ ਮਨ ਨਹੀਂ ਹੋ ਰਹੇ, ਪਰੈ ਪਰੈ ਹੀ ਕੋ ਲੂਜੀ ਹੈ। ਤੇ ਇਸ ਪ੍ਰਕਾਰ ਕਰੋੜਾਂ ਜੋ ਕਹਿੰਦੇ ਹਜ਼ਾਰਾਂ ਹੋਣ, ਲੱਖਾਂ ਹੋ ਜਾਣ, ਲੱਖ ਹੋ ਜਾਣ, ਕਰੋੜਾਂ ਹੋ ਜਾਏ, ਇਹ ਫਿਰ ਅੱਗੇ ਤੋਂ ਅੱਗੇ
ਜਿਵੇਂ ਅੱਗ ਮੱਚਦੀ ਦੇ ਵਿੱਚ ਕੋਈ ਲੱਕੜਾਂ ਸੁੱਟਣੀਆਂ ਸ਼ੁਰੂ ਕਰ ਦੇਵੇ, ਭਾਂਬੜ ਹੋਰ ਤੇਜ਼ ਹੋ ਜਾਣਗੇ। ਪਦਾਰਥ ਜਿਉਂ-ਜਿਉਂ ਮਿਲੂਗਾ ਤਿਉਂ-ਤਿਉਂ ਹੋਰ ਜ਼ਿਆਦਾ ਭਾਂਬੜ ਮੱਚਦੇ ਆ ਤ੍ਰਿਸ਼ਨਾ ਦੀ। ਬੁੱਝਦੀ ਕਿਵੇਂ ਆ ਤ੍ਰਿਸ਼ਨਾ? ਅੱਗ ਨੂੰ ਪਾਣੀ ਮਿਲ ਜਾ ਸ਼ਾਂਤ ਹੋ ਜਾਂਦੀ ਹੈ। ਨਾਮ ਰੂਪੀ ਜਲ ਦੇ ਨਾਲ ਤ੍ਰਿਸ਼ਨਾ ਬੁਝੇ ਹਰ ਕੈ ਨਾਮ। ਤ੍ਰਿਸ਼ਨਾ ਬੁਝਦੀ ਹੈ ਪਰਮੇਸ਼ਰ ਦੇ ਨਾਮ ਦੇ ਨਾਲ, ਸੰਤੁਸ਼ਟ ਹੋ ਜਾਂਦਾ ਹੈ। ਜੋ ਮਿਲਿਆ ਇਹੀ ਕਾਫੀ ਹੈ। ਇੱਕ ਟਾਈਮ ਦੀ ਰੋਟੀ ਮਿਲਦੀ ਸੀ ਕਬੀਰ ਨੂੰ, ਕਈ ਵਾਰੀ ਉਹ ਵੀ ਨਹੀਂ ਸੀ ਮਿਲਦੀ। 2-2 ਦਿਨ ਟੱਬਰ ਭੁੱਖਾ ਬੈਠਾ ਰਹਿੰਦਾ ਸੀ, ਪਰ ਕਬੀਰ ਕਹਿੰਦਾ ਸੀ ਮੈਂ ਸੰਤੁਸ਼ਟ ਹਾਂ, ਜੋ ਮਿਲਿਆ ਠੀਕ ਹੈ। ਤੀਸਰੇ ਦਿਨ ਮਿਲਿਆ ਭੋਜਨ, ਬਸ ਇਹ ਵੀ ਠੀਕ ਹੈ। ਬਸਤਰ ਪਾਟੇ ਹੋਏ ਮਿਲੇ ਨੂੰ, ਕੋਈ ਨਹੀਂ, ਮੇਰੀ ਪਰਾਲਬਧ ਹੈ। ਤੇ ਭਗਤੀ ਦੇ ਵਿੱਚ 7 ਕਰੋੜ ਜੀਵਾਂ ਨੂੰ ਨਰਕਾਂ ਤੋਂ ਬਚਾ ਕੇ ਵੈਕੁੰਠ ਨੂੰ ਭੇਜਤਾ ਕਬੀਰ ਸਾਹਿਬ ਨੇ। ਕੋਈ ਛੋਟੀ ਜੀ ਬਾਤ ਤਾਂ ਹੈ ਨਹੀਂ। ਤੋ ਇਸ ਕਰਕੇ ਹੈ ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹਿ ਨਿਸ਼ੰਕ। ਜੋ ਜਨ ਨਿਰਦਾਵੇ ਰਹੇ ਸੋ ਗਨੇ ਇੰਦਰ ਕੋ ਰੰਗ। ਉਹਨਾਂ ਦੀ ਦ੍ਰਿਸ਼ਟੀ, ਇੰਦਰ ਵੀ ਇੱਕ ਕੰਗਾਲ ਹੈ। ਉਹਨਾਂ ਵਰਗਾ ਕੌਣ ਹੈ? ਕੋਈ ਹਰ ਸਮਾਨ ਨਹੀਂ ਰਾਜਾ। ਜਿਹੜੇ ਪਰਮੇਸ਼ਰ ਦਾ ਨਾਮ ਚਿੰਤਨ ਕਰਨ ਵਾਲੇ ਨੇ ਉਹ ਸੰਸਾਰ ਦੇ ਰਾਜਿਆਂ ਤੋਂ ਵੱਡੇ ਰਾਜੇ ਹਨ। ਤੋ ਇਸ ਕਰਕੇ ਹੈ ਮਨਮੁਖਾਂ ਨੂੰ ਇਹ ਤ੍ਰਿਸ਼ਨਾ ਭੁੱਖ ਨਹੀਂ ਮਿਟਦੀ, ਪਰ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਗਿਆ ਉਹ ਤਾਂ ਚਾਰੇ ਯੁੱਗਾਂ ਦੇ ਵਿੱਚ, ਫਿਰ 4 ਯੁੱਗੀ ਸੰਸਾਰ ਦੇ ਵਿੱਚ 4 ਸਾਧਨਾਂ ਦੇ ਨਾਲ ਇਉਂ ਸੁਖੀ ਹੋ ਗਏ ਬ੍ਰਹਮ ਗਿਆਨ ਪ੍ਰਾਪਤ ਕਰਕੇ। ਗੁਰਮੁਖ ਸ਼ਬਦੇ ਰਤਿਆ, ਗੁਰਮੁਖ ਜਿਹੜੇ ਨੂੰ ਸ਼ਬਦ ਦੇ ਨਾਲ ਰੰਗੇ ਗਏ ਹਨ। ਸੀਤਲ ਹੋਏ ਆਪ ਗਵਾਏ, ਉਹ ਸ਼ਾਂਤ ਹੋ ਗਏ ਕਿਉਂਕਿ ਆਪਾ ਗਵਾ ਦਿੱਤਾ ਹੈ, ਹੰਗਤਾ ਖਤਮ ਕਰ ਦਿੱਤੀ। ਇਹ ਹੰਗਤਾ ਹੀ ਹੈ ਜਿਹੜੀ ਮਲੀਨ ਕਰਨ ਵਾਲੀ ਹੈ। ਅੰਦਰ ਤ੍ਰਿਪਤ ਸੰਤੋਖਿਆ, ਤੇ ਸੰਤੋਖ ਦੇ ਆਉਣ ਦੇ ਨਾਲ ਅੰਦਰ ਤ੍ਰਿਪਤੀ ਆ ਗਈ, ਰੱਜ ਆ ਗਿਆ ਹੈ। ਬਿਨ ਸੰਤੋਖ ਭੁੱਖਾ ਨਹੀਂ ਰਾਜੈ। ਇਹ ਬਿਨਾਂ ਸੰਤੋਖ ਤੋਂ ਬਿਨਾਂ ਸੰਤੋਖ ਨਹੀਂ ਕੋਈ ਰਾਜੈ, ਕੋਈ ਵੀ ਨਹੀਂ ਰੱਜਦਾ। ਸੁਪਨ ਮਨੋਰਥ ਬਿਰਤੇ ਸਭ ਕਰ। ਤੋ ਇਸ ਕਰਕੇ ਸਮ ਸੰਤੋਖ ਨਾ ਔਰ ਸੁਖ, ਤਪਨਾ ਖਿਮਾ ਸੰਗ ਜਾਨ। ਬ੍ਰਹਮ ਗਿਆਨ ਸਮਦਾਨ ਨੇ ਧਰਮ ਨਾ ਦਇਆ ਸੁਮਾਨ। ਸੰਤੋਖ ਆਏ ਤੋਂ ਹੀ ਕੋਈ ਰੱਜਦਾ, ਸੰਤੋਖ ਤੋਂ ਬਿਨਾਂ ਕਦੀ ਵੀ ਨਹੀਂ ਕੋਈ ਰੱਜਿਆ ਹੈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾ। ਅੱਗੇ ਦੱਸਦੇ ਹਨ ਜੀ, ਫਿਰ ਭੁੱਖ ਨਾ ਲੱਗੈ ਆਏ। ਇਹਨੂੰ ਇੱਕ ਵਾਰੀ ਸੰਤੋਖ ਨੇ ਰਜਾ ਦਿੱਤਾ ਹੈ, ਮੁੜ ਕੇ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਫਿਰ ਉਹਨੂੰ ਲੱਗਦੀ ਹੈ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ। ਮਹਾਰਾਜ ਕਹਿੰਦੇ ਜਦੋਂ ਬ੍ਰਹਮ ਗਿਆਨ ਹੋ ਗਿਆ, ਜੋ ਵੀ ਕੁਛ ਉਹ ਕਰਦੇ ਆ ਤੇ ਉਹਨਾਂ ਨੂੰ ਉਹ ਪਰਮਾਤਮਾ ਨੂੰ ਪ੍ਰਵਾਨ ਨਹੀਂ ਹੋ, ਕਿਉਂਕਿ ਉਹਨਾਂ ਦੀ ਕਿਰਿਆ ਸੁਤੇ ਸਿੱਧ ਹੈ, ਹੰਗਤਾ ਤੇ ਰਹਿਤ ਹੈ। ਜੋ ਵੀ ਕਰਦੇ ਨੇ ਉਹ ਰੱਬ ਨੂੰ ਪ੍ਰਮਾਨ ਹੁੰਦਾ। ਬਾਬਾ ਵੀਰਨ ਦਾਸ ਜੀ ਹੋਏ ਨੇ ਸਾਡੇ ਉੱਥੇ ਇਲਾਕੇ 'ਚ, ਬੜੇ ਪ੍ਰਸਿੱਧ ਹਿੰਦੁਸਤਾਨ ਦੇ ਲੈਵਲ ਦੇ ਉਹ ਰਿਸ਼ੀ ਮੁਨੀ, ਰਾਜੇ ਮਹਾਰਾਜੇ, ਜੰਮੂ ਤੱਕ ਦੇ ਰਾਜੇ ਵੀ ਆ ਕੇ ਚਰਨੀ ਪਏ। ਤੇ ਉਹ ਜਦੋਂ ਭਗਤੀ ਕਰਦੇ ਸੀ 12 ਸਾਲ ਇੱਕੋ ਹੀ ਪਰਿਵਾਰ ਦੇ ਉੱਥੇ ਜਾ ਕੇ ਮੰਨੀ ਰਾਮ ਸ਼ਬਦ ਕਹਿਣਾ, ਉਹ ਜੇ ਮਿਲ ਗਿਆ ਠੀਕ ਹੈ, ਨਹੀਂ ਵਾਪਸ ਮੁੜਿਆ, ਫਿਰ ਨਹੀਂ 8 ਪੈਸੇ ਖਾਣਾ। ਉਹ ਪਹਿਲਾਂ ਹੀ ਰੋਟੀ ਤਿਆਰ ਹੁੰਦੀ ਸੀ ਸੰਤਾਂ ਦੇ ਆਉਣ ਤੋਂ, ਮੰਨੀ ਰਾਮ ਕਹਿਣ ਦੀ ਦੇਰ 'ਚ ਲਓ ਜੀ। ਉਹ ਰਸਤੇ ਦੇ ਵਿੱਚ ਇੱਕ ਬੱਚੀ ਮਰ ਗਈ, ਬੱਚੀ ਮਰੀ ਪਈ ਸੀ। ਲੋਕਾਂ ਨੇ ਕਿਹਾ ਵੀ ਗਜਬ ਹੋ ਗਿਆ, ਸੰਤ ਸੁਚਮ ਬਹੁਤ ਰੱਖਦੇ ਆ। ਉਹ ਚਮਿਆਰਾਂ ਨੇ ਆ ਕੇ ਬੱਚੀ ਚੁੱਕੀ ਨਾ, ਵੀ ਗਜਾ ਦਾ ਟਾਈਮ ਹੋ ਗਿਆ, ਵੀ ਸੰਤਾਂ ਨੇ ਤਾਂ ਮੁੜ ਜਾਣੇ, ਰੋਟੀ ਨਹੀਂ ਖਾਣਗੇ। ਉਹ ਕੋਲ ਦੀ ਲੰਘ ਕੇ ਕੁਛ ਨਹੀਂ ਕਿਹਾ ਉਹਨਾਂ ਨੇ। ਉਹ ਗਜਾ ਲੈ ਕੇ ਜਦੋਂ ਵਾਪਸ ਆਏ, ਬੱਚੀ ਦੇ ਕੋਲ ਆ ਕੇ ਬੈਠ ਗਏ। ਲੋਕ ਕਹਿਣ ਵੀ ਉਹੀ ਗੱਲ ਹੋ ਗਈ। ਉਹਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ, ਤੂੰ ਇੱਥੇ ਪਈ ਐ, ਤੇਰੀ ਮਾਂ ਡੀਕਦੀ ਹੋਊਗੀ, ਤੂੰ ਦੁੱਧ ਚੁੰਗ ਲੈ ਤਾਂ ਜਾ ਕੇ, ਤੂੰ ਇੱਥੇ ਕਾਹਤੇ ਪਈ ਐ? ਉਹ ਮਰੀ ਪਈ ਰਾਤ ਦੀ ਜਿਉਂਦੀ ਹੋ ਕੇ ਜਾ ਗਾਂ ਦੇ ਹੇਠਾਂ ਜਾ ਵੜੀ। ਇਹ ਜਿਹੜੀ ਨਗਰ ਦੀ ਘਟਨਾ ਉੱਥੇ ਅੱਜ ਵੀ ਜਾ ਕੇ ਪੁੱਛ ਲਓ। ਤੇ ਲੋਕਾਂ 'ਚ ਪ੍ਰਸਿੱਧ ਹੋਏ, ਫਿਰ ਉੱਥੋਂ ਗਾਇਬ ਹੋ ਗਏ ਸੀ, ਫਿਰ ਵਧੌਚੀ ਆ ਕੇ ਰਹੇ ਸੀ ਵੀ ਮੇਰੀ ਕਰਾਮਾਜ਼। ਜੋ ਵੀ ਉਹ ਕਰਦੇ ਆ ਪ੍ਰਭੂ ਮੰਨਦਾ ਹੈ ਉਹਨਾਂ ਦੇ। ਤੋ ਇਸ ਕਰਕੇ ਨਾ ਜੇ ਗੁਰਮੁਖ ਕਰੇ ਸੋ ਪ੍ਰਵਾਨ। 10 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਦੇ ਸੀ ਬਾਬਾ ਵੀਰਨ ਦਾਸ, ਤੇ ਪ੍ਰਵਾਨਿਕ ਹੋ ਗਏ। ਉਹਨਾਂ ਦੀ ਹਰ ਕਿਰਿਆ ਪ੍ਰਵਾਨਿਕ ਹੈ ਜੀ। ਜੋ ਨਾਮ ਰਹੇ ਲਿਵ ਲਾਏ, ਜਿਹੜੇ ਨਾਮ ਦੇ ਵਿੱਚ ਲਿਵ ਬਿਰਤੀ ਨੂੰ ਲਗਾ ਕਰਕੇ ਰਹਿ ਰਹੇ ਹਨ। ਪੌੜੀ ਅੱਗੇ ਪੌੜੀ ਕਥਨ ਕਰਦੇ ਨੇ, ਹੋਂ ਬਲਿਹਾਰੀ ਤਿਨ ਕੋ। ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ। ਜੋ ਗੁਰਮੁਖ ਸਿੱਖਾਂ, ਜੋ ਗੁਰੂ ਕੇ ਸਿੱਖ, ਗੁਰਮੁਖ ਸਿੱਖ ਨੇ ਜਿਹੜੇ, ਜਿਨ੍ਹਾਂ ਦਾ ਗੁਰੂ ਵੱਲ ਮੂੰਹ ਹੈ।
मैं उन्हां तो बलिहार कुर्बान जाना। महाराज साहब जी कहते ऐसे गुरसिखां तो कुर्बान बलिहार जाइए ਜੋ ਹਰ ਨਾਮ ਧਿਆਇਂਦੇ। ਜੋ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਧਿਆਕਾਰ ਬਿਰਤੀ ਬਣਾ ਕੇ ਨਾਮ ਨੂੰ ਧਿਆਉਂਦੇ ਆ। ਇਹ ਬਿਰਤੀ ਹੁੰਦੀ ਆ ਸਾਧ ਸੰਗਤ ਦੀ। ਧਿਆਉਣਾ ਤਾਂ ਹੁੰਦਾ ਜੇ ਧਿਆਕਾਰ ਬਿਰਤੀ ਬਣੋ। ਕੰਠ ਸ਼ਬਦ ਤਾਂ ਹੁੰਦਾ ਹੈ ਜਿਹੜਾ ਕਹਿੰਦੇ ਫਲਾਣੇ ਦੀ ਬੜੀ ਮੈਮਰੀ ਹੈ, ਕੰਠਾਕਾਰ ਬਿਰਤੀ ਹੈ ਇੱਕ। ਇਹ ਬਿਰਤੀਆਂ ਨਾ ਜਦੋਂ ਉਹ ਹੋ ਜਾਵੇ ਫਿਰ ਉਹ ਜਲਦੀ ਜਲਦੀ ਸ਼ਬਦ ਕੰਠ ਹੋਣੇ ਸ਼ੁਰੂ ਹੋ ਜਾਣਗੇ। ਧਿਆਨ ਜਿਹੜਾ ਹੈ ਧਿਆਕਾਰ ਬਿਰਤੀ ਦੇ ਅਧੀਨ ਹੈ। ਧਿਆਕਾਰ ਬਿਰਤੀ ਬਣੀ ਤਾਂ ਫਿਰ ਧਿਆਇਆ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਜੋ ਹਰ ਨਾਮ ਧਿਆਇਂਦੇ, ਪਰਮੇਸ਼ਰ ਦਾ ਨਾਮ ਜੋ ਧਿਆਉਂਦੇ ਤਿੰਨ ਦਰਸ਼ਨ ਪਿੱਖਾ, ਉਹਨਾਂ ਦੇ ਦਰਸ਼ਨ ਕਰੀਏ ਜਿਹੜੇ ਐਸੇ ਰਿਜਾ ਹੋਂ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ। ਜੋ ਗੁਰੂ ਸਾਹਿਬ ਦੇ ਸਿੱਖ ਨੇ ਐਸੇ ਗੁਰਮੁਖ ਮੈਂ ਬਲਿਹਾਰ ਜਾਵਾਂ। ਤਿੰਨ ਦਰਸ਼ਨ ਪਿੱਖਾ, ਜੋ ਹਰ ਨਾਮ ਧਿਆਇਂਦੇ ਤਿੰਨ ਦਰਸ਼ਨ ਪਿੱਖਾ। ਜਿਹੜੇ ਵਾਹਿਗੁਰੂ ਦਾ ਨਾਮ ਧਿਆ ਕਰ ਬਿਰਤੀ ਦੁਆਰਾ ਧਿਆਉਂਦੇ ਮੈਂ ਉਹਨਾਂ ਦੇ ਦਰਸ਼ਨ ਕਰਾਂ। ਹੇ ਮਹਾਰਾਜ ਮੈਨੂੰ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਹੀ ਦੇ ਦਿਓ। ਤੁਹਾਡੇ ਤਾਂ ਹਾਲੇ ਦਰਸ਼ਨ ਨਹੀਂ ਹੋਏ। ਜਿਨ੍ਹਾਂ ਨੂੰ ਤੁਹਾਡੇ ਦਰਸ਼ਨ ਹੋ ਗਏ ਤੇ ਉਹਨਾਂ ਦੇ ਨੇਤਰ ਮੇਰੇ ਤੇ ਪੈਣਗੇ, ਇਹਦੇ ਨਾਲ ਵੀ ਮੇਰਾ ਪਾਰ ਉਤਾਰਾ ਹੋ ਜਾਏਗਾ। ਕਿਰਪਾ ਕਰੋ ਜੀ। ਸੁਣ ਕੀਰਤਨ ਹਰ ਗੁਣ ਰਵਾ, ਤੁਹਾਡਾ ਕੀਰਤਨ ਸੁਣਾ ਕੰਨਾਂ ਦੁਆਰਾ। ਸੁਣ ਕੀਰਤਨ ਹਰ ਗੁਣ ਰਵਾ, ਤੁਹਾਡੇ ਗੁਣਾਂ ਨੂੰ ਆਪਣੀ ਰਸਨਾ ਦੁਆਰਾ ਰਵਾਂ ਉਚਾਰਨ ਕਰਾਂ। ਹਰ ਜਸ ਮਨ ਲਿਖਾ, ਮੈਂ ਆਪਣੇ ਮਨ ਰੂਪੀ ਕਾਗਜ਼ ਦੇ ਉੱਤੇ ਸ਼ਰਧਾ ਦੀ ਸ਼ਾਹੀ ਦੇ ਨਾਲ ਪ੍ਰੇਮ ਦੀ ਕਲਮ ਦੇ ਨਾਲ ਲਿਖਾਂ ਤੁਹਾਡਾ ਨਾਮ। ਤੁਹਾਡਾ ਨਾਮ ਲਿਖ ਲਾਂ ਹਿਰਦੇ 'ਚ। ਹਰ ਨਾਮ ਸਲਾਹੀ ਰੰਗ ਸਿਓ, ਰੰਗ ਪ੍ਰੇਮ ਦੇ ਵਿੱਚ ਭਿੱਜ ਕੇ ਮੈਂ ਤੁਹਾਡੀ ਸ਼ਲਾਘਾ ਕਰਾਂ ਤੁਹਾਡੇ ਨਾਮ ਦੇ। ਸਭ ਕਿਲ ਬਿਖ ਕ੍ਰਿਖਾ, ਸਭ ਕਿਲ ਬਿਖ ਕ੍ਰਿਖਾ। ਇਹ ਜਿਹੜੇ ਕਿਲ ਬਿਖ ਜਿਹੜੇ ਕਿਲ ਨੇਚੇ ਕਰਕੇ ਬਿਖ ਵਿਉ ਵਰਗੇ ਪਾਪ ਸੀ ਕਾਮ ਕ੍ਰੋਧ ਆਦਿ, ਇਹ ਸਭ ਖਿੱਚੇ ਗਏ, ਨਾਸ ਹੋ ਗਏ। ਧੰਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਮੈਂ ਮਨ ਕਰਕੇ ਵੀ ਉਹਨੂੰ ਧਨ ਕਹਿਣਾ, ਬਾਣੀ ਕਰਕੇ ਵੀ ਉਹ ਸੁਹਾਵਾ ਸੋਭਨੀਕ ਸਰੀਰ ਰੂਪੀ ਥਾਨ ਉਹ ਧਨਤਾ ਦੇ ਯੋਗ ਹੈ। ਜਿੱਥੇ ਮੇਰਾ ਗੁਰ ਧਰੇ ਵਿਖਾ, ਜਿੱਥੇ ਮੇਰੇ ਗੁਰੂ ਨਾਨਕ ਨੇ ਧਿਆਨ ਦੁਆਰਾ ਚਰਨ ਟਿਕਾ ਦਿੱਤੇ ਹਿਰਦੇ 'ਚ। ਵੇਖਾ ਨਾਮ ਕਦਮ ਦਾ ਸ਼ਬਦ ਰੂਪ ਹੋ ਕਰਕੇ ਟਿਕ ਗਿਆ ਗੁਰੂ ਨਾਨਕ ਹਿਰਦੇ 'ਚ। ਪ੍ਰਤੱਖ ਵੀ ਜਿੱਥੇ ਜਾਏ ਵਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਨ ਸੁਹਾਵਨਾ ਹੁੰਦਾ ਹੈ, ਹਿਰਦੇ ਦਾ ਥਾਨ ਸੋਭਨੀ ਕਾ ਗੁਰ ਕੀ ਮੂਰਤ ਮਨ ਮੈਂ ਧਿਆਨ। ਗੁਰ ਕਾ ਸ਼ਬਦ ਮੰਤਰ ਮਨ ਮਾਨ, ਉਹ ਹਿਰਦਾ ਧਨ ਹੋ ਜਾਂਦਾ ਹੈ। ਇਹ ਅੱਜ ਦੀ ਸਾਧ ਸੁਣੀ ਵਿਚਾਰ ਸੀ। ਗੁਰੂ ਕਿਰਪਾ ਕਰੇ। ਹਾਂਜੀ ਆਓ ਪਿਛਲੀ ਹਰ ਨਾਮ ਸਲਾਹੀ ਰੰਗ ਸਿਓ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਇਆ ਧਾਰ। ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ। ਜੋ ਸਰਦਾ ਕਰ ਸੇਵ ਦੇ, ਪਾਰ ਉਤਾਰਨ। ਜੋ ਸਰਦਾ ਕਰ ਸੇਵ ਦੇ, ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।